प्यारे बच्चों ਹੁਣ ਆਪਾਂ ਕਰਨ ਜਾ ਰਹੇ ਹਾਂ ਬੁਨਿਆਦ ਬੁੱਕ ਕਲਾਸ ਚੌਥੀ ਅਤੇ ਪੰਜਵੀਂ ਅਭਿਆਸ ਸ਼ੀਟ 9 ਵਿਸ਼ਾ ਗਣਿਤ। ਬੱਚਿਓ ਹੁਣ ਆਪਾਂ ਕਰਨ ਜਾ ਰਹੇ ਹਾਂ ਸ਼ੀਟ ਨੰਬਰ 9 ਵਿਸ਼ਾ ਮੈਥ ਗਣਿਤ ਹਿਸਾਬ। ਬੱਚਿਓ ਇਹਦੇ ਵਿੱਚ ਕੀ ਆ, ਹੇਠਾਂ ਦਿੱਤੇ ਅਨੁਸਾਰ ਸੰਖਿਆ ਨੂੰ ਵੱਖ-ਵੱਖ ਤਰੀਕੇ ਨਾਲ ਲਿਖੋ। ਬੱਚਿਓ ਇਸ ਵਾਰ ਸਾਨੂੰ ਕੀ ਦਿੱਤਾ, ਇਸ ਵਾਰ ਸਾਨੂੰ ਇਹ ਸੈਂਕੜੇ ਦਿੱਤੇ ਗਏ ਆ। ਇੱਕ ਇਹ ਜਿਹੜੇ ਚਿੱਤਰ ਆ ਇਹਨੂੰ ਤੁਸੀਂ 100 ਮੰਨ ਕੇ ਚੱਲਣਾ ਹੈ, ਜਿਹੜੇ ਬਾਕਸ ਆ 100 ਮੰਨ ਕੇ ਚੱਲਣਾ ਇਹਨੂੰ ਆਪਾਂ। ਹੁਣ ਸਾਡੇ ਕੋਲ 100 ਕਿੰਨੀ ਵਾਰ ਦਿੱਤਾ ਗਿਆ ਹੈ ਜਾਂ ਸੈਂਕੜੇ ਕਿੰਨੀ ਵਾਰ ਹਨ? 1 2 3 4 5 6 7 8। ਬੱਚਿਓ ਜਿਹੜਾ 100 ਆ ਸਾਡੇ ਕੋਲ 8 ਵਾਰ ਆ। ਉਸ ਤੋਂ ਬਾਅਦ ਸਾਡੇ ਕੋਲ ਇਹ ਦਹਾਈਆਂ ਹਨ 1 2 3 4 5 6 ਦਹਾਈਆਂ ਸਾਡੇ ਕੋਲ 6 ਵਾਰ ਹਨ। ਦਹਾਈਆਂ ਮਤਲਬ 10। ਇਹ ਜਿਹੜੇ ਸਾਡੇ ਕੋਲ ਇੱਕ ਚਿੱਤਰ ਦੇ ਵਿੱਚ ਡੱਬੇ ਹਨ ਇਹ 10 ਹਨ। ਫਿਰ ਉਸ ਤੋਂ ਬਾਅਦ ਇਹ ਇਕਾਈਆਂ ਹਨ, ਇਕਾਈਆਂ ਸਾਡੇ ਕੋਲ ਹਨ 3। ਹੁਣ ਜੇ ਬੱਚਿਓ ਆਪਾਂ ਇਹ ਸੰਖਿਆ ਦੇਖੀਏ ਕਿੰਨੀ ਬਣਦੀ ਹੈ, 100 200 300 400 500 600 700 800। 800 ਜਾਂ ਸੈਂਕੜੇ ਵਾਲੇ ਸਥਾਨ 'ਤੇ ਸਾਡੇ ਕੋਲ ਕੀ ਆ ਗਿਆ 8। ਉਸ ਤੋਂ ਬਾਅਦ ਕੀ ਆ ਦਹਾਈ 1 2 3 4 5 6 ਦਹਾਈਆਂ ਸਾਡੇ ਕੋਲ 6, ਇਕਾਈਆਂ ਸਾਡੇ ਕੋਲ 3। ਇਹ ਬਣ ਗਈ ਸਾਡੀ ਸੰਖਿਆ 863। ਜੇ ਆਪਾਂ ਹੁਣ ਇੱਦਾਂ ਵੀ ਜੋੜਾਂਗੇ 100 200 300 400 500 600 700 800 810 20 30 40 50 60 860 60 ਤੇ 3 63 863। ਬੱਚੇ ਹੁਣ ਇਸ ਸੰਖਿਆ ਨੂੰ ਆਪਾਂ ਇੱਥੇ ਕਿਸ ਤਰ੍ਹਾਂ ਲਿਖਾਂਗੇ 860 ਤੇ 63। ਉਸ ਤੋਂ ਅਗਲੀ ਵਾਰ ਸਾਨੂੰ ਦੱਸਿਆ ਵੀ ਜਿਹੜਾ 100 ਆ ਉਹ 100 ਕਿੰਨੀ ਵਾਰੀ ਆ। ਬੱਚੋ ਜਿਹੜਾ 100 ਆ ਉਹ ਸਾਡੇ ਕੋਲ 8 ਵਾਰੀ ਆ। ਜਿਹੜੇ 10 ਜਾਂ ਇਹ ਦਹਾਈਆਂ ਸਾਡੇ ਕੋਲ ਕਿੰਨੀ ਵਾਰੀ ਆ, ਇਹ 6 ਵਾਰੀ ਆ। ਔਰ ਇਕਾਈਆਂ ਸਾਡੇ ਕੋਲ ਕਿੰਨੀ ਵਾਰੀ ਆ, ਇਹ 3 ਆ। ਇੱਥੇ 3 ਆ ਜਾਏਗਾ। ਇਸੇ ਤਰ੍ਹਾਂ ਬੱਚੇ ਹੁਣ ਅਸੀਂ ਕੀ ਕਰਨਾ, ਇਸੇ ਸੰਖਿਆ ਨੂੰ ਸਾਰੇ ਜਿਹੜੇ 863 ਆ ਇਹਦੀਆਂ ਆਪਾਂ ਬਣਾਉਣੀਆਂ ਹੈਗੀਆਂ ਦਹਾਈਆਂ, ਯਾਨੀ ਕਿ 10-10 ਦੇ ਜੋੜੇ। ਹੁਣ 863 ਵਿੱਚ 10-10 ਦੇ ਕਿੰਨੇ ਜੋੜੇ ਹੋਣਗੇ ਬੱਚੇ, ਉਹ ਹੋਣਗੇ 86। ਫਿਰ ਸਾਡੇ ਕੋਲ ਇਕਾਈਆਂ ਕਿੰਨੀਆਂ ਬਚ ਗਈਆਂ ਬੱਚਿਓ 3। ਇਸੇ ਤਰ੍ਹਾਂ ਹੁਣ ਅਸੀਂ 863 ਨੂੰ ਇਸ ਤਰ੍ਹਾਂ ਬਣਾਉਣਾ ਵੀ 20-20 ਦਾ ਜੋੜਾ ਲੈ ਕੇ ਜਾਂ 20 ਵਾਰੀ ਉਹਦਾ ਸਮੂਹ ਬਣਾ ਕੇ। ਹੁਣ ਆਪਾਂ ਇੱਥੇ ਕੀ ਕਰਾਂਗੇ, ਜੇ 10 ਦਾ ਸਮੂਹ ਜਿਹੜਾ 86 ਵਾਰੀ ਸੀ, 20 ਦਾ ਸਮੂਹ ਕਿੰਨਾ ਹੋਏਗਾ ਇਹਦੇ ਨਾਲੋਂ ਅੱਧ, ਉਹ ਬੱਚੇ ਹੋ ਜਾਏਗਾ 43। ਇੱਥੇ ਫਿਰ ਸਾਡੇ ਕੋਲ ਇਕਾਈਆਂ ਫਿਰ ਕਿੰਨੀ ਹੈਗੀਆਂ 3। ਬੱਚੇ ਇਹ ਜਦੋਂ ਅਸੀਂ ਵੀ ਹੱਲ ਕਰਾਂਗੇ ਹਰ ਵਾਰ ਇਹ 863 ਹੀ ਬਣਨਗੇ। ਬੱਚੇ ਉਸ ਤੋਂ ਬਾਅਦ ਆ ਗਿਆ ਵੀ ਅਸੀਂ 50-50 ਦਾ ਗਰੁੱਪ ਬਣਾਉਣਾ, ਸਾਡੇ ਕੋਲ ਇੱਥੇ ਕਿੰਨੇ ਗਰੁੱਪ ਆਉਣਗੇ। ਫਿਰ ਸਾਡੇ ਕੋਲ ਕੀ ਆ, ਉਸ ਤੋਂ ਬਾਅਦ ਅਸੀਂ ਇੱਥੇ ਦਹਾਈਆਂ ਵੀ ਦੱਸਣੀਆਂ ਆ ਔਰ ਇੱਥੇ ਇਕਾਈਆਂ ਵੀ ਦੱਸਣੀਆਂ ਹਨ। ਬੱਚਿਓ ਹੁਣ ਆਪਾਂ ਕੀ ਕਰਦੇ ਹਾਂ, ਸਭ ਨੂੰ ਪਹਿਲਾਂ ਇਕਾਈਆਂ 3, ਦਹਾਈਆਂ ਸਾਡੇ ਕੋਲ 6, ਫਿਰ ਸਾਡੇ ਕੋਲ ਬਚਿਆ ਹੁਣ 800 ਪੂਰਾ ਕਰਨਾ। 800 ਪੂਰਾ ਕਰਨ ਦੇ ਲਈ ਅਸੀਂ ਇੱਥੇ ਹੁਣ ਕਿੰਨੇ ਲਾਵਾਂਗੇ ਜਾਂ 50-50 ਦੇ ਸਮੂਹ ਜਿਹੜੇ 800 ਵਿੱਚੋਂ ਕਿੰਨੇ ਹੋਣਗੇ ਬੱਚਿਓ, ਹੋਣਗੇ 16। ਮਤਲਬ 50-50 ਦੇ ਗਰੁੱਪ ਜੇ ਅਸੀਂ ਬਣਾਵਾਂਗੇ 800 ਦੇ 50 ਦੇ ਜਿਹੜੇ ਗਰੁੱਪ ਆ ਉਹ ਕਿੰਨੇ ਬਣਨਗੇ 16। ਜਦੋਂ ਇਹ ਸਾਰੀ ਨੂੰ ਅਸੀਂ ਹੱਲ ਕਰਾਂਗੇ ਇਹ ਵੀ 863 ਹੀ ਆਣਗੇ। ਹੁਣ ਇਸ ਨੂੰ ਆਪਾਂ ਲਿਖਾਂਗੇ ਸ਼ਬਦਾਂ ਵਿੱਚ 863। ਬੱਚਿਓ ਇਹ ਸੀ ਸਾਡਾ ਸਵਾਲ ਨੰਬਰ 1। ਸਵਾਲ ਨੰਬਰ 2, ਸੰਖਿਆ ਪਹਿਚਾਨ ਕਰੋ। ਸਭ ਨੂੰ ਪਹਿਲਾਂ ਬੱਚਿਓ 37 69 172 399 517 803 634 959। ਉਸ ਤੋਂ ਬਾਅਦ ਬੱਚਿਓ ਤੀਸਰਾ ਸਵਾਲ। ਤੀਸਰੇ ਸਵਾਲ ਦੇ ਵਿੱਚ ਸਾਡੇ ਕੋਲ ਹੈ ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਬਣਦੀ ਸੰਖਿਆ ਲਿਖੋ। ਬੱਚਿਓ ਜਿਹੜੇ ਕਰੰਸੀ ਨੋਟ ਆਪਾਂ ਦੇਖਾਂਗੇ ਇਹ 100-100 ਦੇ ਨੋਟ ਨੇ 4 ਔਰ ਇਹ ਸਾਡੇ ਕੋਲ 1-1 ਰੁਪਈਆ। ਜੇ ਆਪਾਂ ਹੁਣ ਦੇਖਾਂਗੇ ਸੰਖਿਆ 1
2 3 4 400 हो गया नाल 3 रुपए। ये साढ़े को अंकां विच बन जाएगी 403। हुण इत्थे असीं लिखांगे इनू शब्दां दे विच 403 रुपए। बच्चों 4 नंबर ते साढ़े को है उचित चिन्ह लगाओ। बच्चों सानू इत्थे खाली थां दित्तियां गईयां हन, इन्हां विच असीं जो इन्हां विचों चिन्ह लगणगे वो लगावांगे। सानू माइनस प्लस गुणा भाग दे निशान दिते गए हैं। जो भी ये ढुकमा चिन्ह आना आ असीं वो ये लिखांगे। बच्चों सब नों पहला आ 120 ते 250, इन्हां दोनों नूं जोड़ांगे तां 370 आउणगे। सो साडा इत्थे सही चिन्ह हो जाएगा प्लस का। इस तरह अगे है जी 540 230, ये की है हुण घटाओ होण ते 310 आउंदे आ, फिर असीं इत्थे माइनस का साइन लगा देंगे। फिर 350, फिर खाली थां, फिर 5, फिर 70। ਇਹਦਾ मतलब बच्चों इत्थे 5 नाल जो असीं भाग करांगे 350 नूं उत्तर 70 आवेगा। फिर 240 ब्लैंक 3 बराबर 720। बच्चों ये गुणा करन ते 720 आउणगे। सो असीं जिहड़े राइट चिन्ह आ वो हुण इहदे विच ला दित्ते हैं। बच्चों सवाल नंबर 5 हल करो। इहदे विच की है बच्चों सानू दो संख्यावां जिहड़ियां दित्तियां आ, तीजी असीं पता करनी है। ਇਹਦਾ मतलब आ 1 2 ਤੇ 3 ਤਿੰਨੋਂ ਸੰਖਿਆ ਨੂੰ ਜਦੋਂ ਅਸੀਂ ਜੋੜਦੇ ਆ ਉਹ ਬਰਾਬਰ ਆਉਂਦਾ 343। ਇਸ ਸਵਾਲ ਨੂੰ ਕਰਨ ਲਈ ਤੁਸੀਂ ਕੀ ਕਰਨਾ ਆ, ਜੋ ਉੱਤਰ ਦਿੱਤਾ ਹੋਇਆ ਵਾ ਉਹਦੇ ਵਿੱਚੋਂ ਪਹਿਲਾਂ ਦਿੱਤੀ ਹੋਈ ਸੰਖਿਆ ਜਿੱਦਾਂ 128 ਆ ਉਹ ਘਟਾ ਲੈਣੇ। ਜਦੋਂ ਅਸੀਂ ਇਹਨੂੰ ਘਟਾਉਂਦੇ ਆ ਸਾਡੇ ਕੋਲ ਆ ਗਿਆ 215। ਇਹਦੇ ਵਿੱਚੋਂ ਫਿਰ ਜਿਹੜੀ ਅਗਲੀ ਸੰਖਿਆ ਦਿੱਤੀ ਹੋਈ ਆ ਉਹਨੂੰ ਘਟਾ ਲੈਣਾ। ਠੀਕ ਹੈ ਜੀ, ਉਹ ਜਦੋਂ ਘਟਾ ਕੇ ਜੋ ਸਾਡੇ ਕੋਲ ਅਖੀਰ ਬਚੇਗਾ ਉਹ ਸਾਡਾ ਇੱਥੇ ਆਵੇਗਾ 115। ਇਸੇ ਤਰ੍ਹਾਂ ਦੂਸਰਾ ਸਵਾਲ ਆ 164 165 ਤੇ ਇਹ ਵਾਲੀ ਸੰਖਿਆ ਤਿੰਨਾਂ ਨੂੰ ਜੋੜਨ ਤੇ 429 ਆਉਣਗੇ। ਬੱਚਿਓ ਇਹਦੇ ਵਿੱਚ ਵੀ ਤੁਸੀਂ ਕੀ ਕਰਨਾ ਆ, ਸਭ ਨੂੰ ਪਹਿਲਾਂ 429 ਵਿੱਚੋਂ ਪਹਿਲੀ ਸੰਖਿਆ ਘਟਾ ਲੈਣੀ ਆ 164। 164 ਘਟਾਉਣ ਤੇ ਸਾਡੇ ਕੋਲ ਆ ਰਿਹਾ 265। ਇਹਦੇ ਵਿੱਚੋਂ ਫਿਰ ਜਿਹੜੀ ਦੂਜੀ ਸੰਖਿਆ ਉਹ ਘਟਾ ਲਾਂਗੇ, ਉਹ ਆ ਬੱਚਿਓ ਉਹ ਵੀ ਘਟਾਵਾਂਗੇ ਤਾਂ ਫਿਰ ਸਾਡੇ ਕੋਲ ਕਿੰਨਾ ਬਚ ਗਿਆ 100। ਇਹ ਵਾਲਾ ਜਿਹੜਾ ਉੱਤਰ ਆ ਉਹ ਇੱਥੇ ਆ ਜਾਏਗਾ। ਇਸੇ ਤਰ੍ਹਾਂ ਬੱਚਿਓ ਜਿਹੜਾ ਤੀਸਰਾ ਸਵਾਲ ਆ, ਤੀਸਰੇ ਵਿੱਚ ਕੀ ਹੈਗਾ ਆ, ਦੋ ਸੰਖਿਆਵਾਂ ਨੂੰ ਜੋੜਨ ਤੇ 98 ਤੇ 86 ਨੂੰ ਅਸੀਂ ਜੋੜਾਂਗੇ ਪਹਿਲਾਂ, ਫਿਰ ਇਹਦੇ ਵਿੱਚੋਂ ਕੀ ਘਟਾਵਾਂਗੇ ਕਿ 84 ਆ ਜਾਵੇ। ਬੱਚਿਓ ਇਸ ਸਵਾਲ ਨੂੰ ਤੁਸੀਂ ਕਰਨ ਲਈ ਕੀ ਕਰੋਗੇ, ਇਸ ਸਵਾਲ ਨੂੰ ਕਰਨ ਲਈ ਪਹਿਲਾਂ ਤੁਸੀਂ ਇਹਨਾਂ ਦੋਨਾਂ ਨੂੰ 98 ਤੇ 86 ਨੂੰ ਜੋੜ ਲੈਣਾ। ਜਿੰਨਾ ਉੱਤਰ ਆ ਜਾਏਗਾ ਉਹਦੇ ਵਿੱਚੋਂ ਇਹ 84 ਘਟਾਣੇ ਹਨ। ਆਪਾਂ ਇੱਥੇ ਕਰ ਦਈਏ ਬੱਚਿਓ, ਹਾਂ ਲਓ 98 ਤੇ 86 ਪਹਿਲਾਂ ਇਹਨਾਂ ਦੋਨਾਂ ਨੂੰ ਜੋੜਾਂਗੇ। 8 ਚੋਂ 6 ਗਿਆ 2, 9 ਚੋਂ 8 ਗਿਆ, ਬੱਚਿਓ ਪਲੱਸ ਤਾਂ ਹੀ ਹੈ, 8 ਤੇ 6 14, 8 ਔਰ 9 17 ਤੇ 1 18। ਬੱਚਿਓ ਇਹ ਆ ਰਿਹਾ 184। ਇਹਦੇ ਵਿੱਚੋਂ ਜਿਹੜਾ ਉੱਤਰ ਦਿੱਤਾ ਹੋਇਆ ਆਹ ਵਾਲਾ ਤੁਸੀਂ ਇਹਨੂੰ ਹੁਣ ਘਟਾ ਦੋਗੇ। ਬੱਚਿਓ ਇਹਨੂੰ ਘਟਾਉਣ ਤੇ ਸਾਡੇ ਕੋਲ ਕੀ ਬਚ ਗਿਆ 100। ਇਹਦਾ ਮਤਲਬ ਇਹ ਜਿਹੜਾ ਇੱਥੇ ਆਏਗਾ ਆਨਸਰ ਵਿੱਚ 100। ਬੱਚਿਓ ਸਵਾਲ ਨੰਬਰ 6 ਖਾਲੀ ਥਾਵਾਂ ਭਰੋ। ਬੱਚਿਓ ਇਹ ਖਾਨਾ ਸਾਨੂੰ ਸੈਂਕੜੇ ਦਾ ਦਿੱਤਾ ਗਿਆ ਵੀ ਜਿੰਨੇ 100 ਹਨ, ਇਹ ਦਹਾਈ ਦਾ ਔਰ ਇਹ ਇਕਾਈ ਦਾ। ਇਹਨਾਂ ਵਿੱਚ ਕੁਝ ਖਾਨੇ ਹਰ ਇੱਕ ਜੋ ਇਹ ਰੋ ਹੈ ਉਹਦੇ ਵਿੱਚ ਖਾਲੀ ਦਿੱਤਾ ਗਿਆ ਹੈ, ਉਹ ਅਸੀਂ ਖਾਲੀ ਥਾਂ ਆਪ ਭਰਾਂਗੇ। ਬੱਚਿਓ ਪਹਿਲੇ ਵਿੱਚ ਕੀ ਹੈ, ਸੈਂਕੜਾ ਵੀ ਸਾਨੂੰ ਦਿੱਤਾ 800, ਫਿਰ 200, ਫਿਰ 3, ਪਰ ਜਿਹੜੀ ਸੰਖਿਆ ਨਹੀਂ ਦਿੱਤੀ, ਇਹਨਾਂ ਤਿੰਨਾਂ ਨੂੰ ਮਿਲਾ ਕੇ ਬੱਚਿਓ ਜਿਹੜੀ ਸੰਖਿਆ ਬਣੇਗੀ ਉਹ ਬਣੂਗੀ 823। ਹੁਣ ਸਾਡੇ ਕੋਲ ਸੈਂਕੜਾ ਦਿੱਤਾ ਹੋਇਆ, ਦਹਾਈ ਔਰ ਇਕਾਈ ਨਹੀਂ ਦਿੱਤੀ ਗਈ, ਸਾਨੂੰ ਸੰਖਿਆ ਦਿੱਤੀ ਗਈ ਹੈ। ਬੱਚਿਓ ਇਸ ਸੰਖਿਆ ਤੋਂ ਅਸੀਂ ਜੋ ਇਹ ਖਾਨੇ ਪੂਰੇ ਕਰਾਂਗੇ। ਬੱਚਿਓ ਇਕਾਈ ਵਾਲੇ ਸਥਾਨ ਤੇ ਆ ਜਾਏਗਾ 4 ਔਰ ਦਹਾਈ ਵਾਲੇ ਸਥਾਨ ਤੇ ਸਾਡੇ ਕੋਲ ਆ ਜਾਣਗੇ 60। ਇਸੇ ਤਰ੍ਹਾਂ ਇਹਨਾਂ ਵਿੱਚ ਸੈਂਕੜਾ ਔਰ ਇਕਾਈ ਜਿਹੜੀ ਆ ਉਹ ਨਹੀਂ ਦਿੱਤੀ ਗਈ। ਸੈਂਕੜਾ ਲਿਖਣ ਦੇ ਲਈ ਅਸੀਂ ਇਸ ਸੰਖਿਆ ਦੀ ਵਰਤੋਂ ਕਰਾਂਗੇ। ਇਹਦੇ ਵਿੱਚ ਆ ਜਾਏਗਾ ਸਾਡੇ ਕੋਲ 100, ਫਿਰ ਸਾਡੇ ਕੋਲ 50 ਆ ਗਿਆ ਔਰ ਲਾਸਟ ਵਿੱਚ ਆ ਜਾਏਗਾ 2। ਇਸੇ ਤਰ੍ਹਾਂ 675 ਤੋਂ ਅਸੀਂ ਦਹਾਈ ਲਿਖਣੀ ਆ। ਇਕਾਈ ਤੇ ਸਾਡੇ ਕੋਲ 5 ਆ ਚੁੱਕਾ ਆ ਔਰ ਸੈਂਕੜੇ ਦੀ ਜਗ੍ਹਾ 600 ਆ ਚੁੱਕਾ ਆ। ਦਹਾਈ ਦੇ ਖਾਨੇ ਵਿੱਚ ਸਾਡੇ ਕੋਲ 70 ਆ ਜਾਣਗੇ। ਅੱਛਾ, ਇਸ ਤੋਂ ਬਾਅਦ ਹੈ ਸਵਾਲ ਨੰਬਰ 7। ਸਵਾਲ ਨੰਬਰ 7 ਦੇ ਵਿੱਚ ਕੀ ਹੈ, 500 ਦਾ ਇੱਕ ਨੋਟ, 200 ਰੁਪਏ ਦੇ 2 ਨੋਟ ਅਤੇ 10 ਰੁਪਏ ਦੇ 10 ਨੋਟ ਮਿਲਾ ਕੇ ਕਿੰਨੇ ਰੁਪਏ ਹੋਣਗੇ।
ਬੱਚਿਓ ਇਹ ਸਵਾਲ ਤੁਸੀਂ ਮੂੰਹ ਆਪ ਵੀ ਕਰ ਸਕਦੇ ਹੋ, ਪਰ ਤੁਹਾਡੀ ਸੌਖ ਲਈ ਆਪਾਂ ਕਰ ਰਹੇ ਹਾਂ ਇੱਥੇ। ਇਹਨੂੰ ਪਹਿਲਾਂ ਲਿਖ ਲੈਂਦੇ ਹਾਂ। 500 ਦਾ ਇੱਕ ਨੋਟ, ਇਹ ਕਿੰਨੇ ਬਣ ਗਏ ਬੱਚਿਓ 500। ਫਿਰ 200 ਦੇ ਦੋ ਨੋਟ, ਇਹ ਕਿੰਨੇ ਬਣ ਗਏ 400। ਫਿਰ 10 ਦੇ 10 ਨੋਟ, ਕਿੰਨੇ ਬਣ ਗਏ ਬੱਚਿਓ 100। ਜੋ ਟੋਟਲ ਸਾਡੇ ਕੋਲ ਆ ਗਿਆ ਉਹ ਆ ਗਿਆ 1000 रुपए। ਇਹ ਸੀ ਸਾਡਾ ਆਨਸਰ। ਇਹਨਾਂ ਨੂੰ ਬੱਚਿਓ ਤੁਸੀਂ ਮੂੰਹ ਜ਼ਬਾਨੀ ਵੀ ਕਰ ਸਕਦੇ ਸੀ ਜੇਕਰ ਤੁਸੀਂ ਸਿੱਧਾ 1000 रुपए ਵੀ ਲਿਖ ਦੋਗੇ। ਬੱਚਿਓ ਸਵਾਲ ਨੰਬਰ 8 ਮੁੱਲ ਲਿਖੋ। ਬੱਚਿਓ ਇਹਦੇ ਵਿੱਚ ਕੀ ਹੈ, ਸਾਨੂੰ ਇੱਕ ਸੰਖਿਆ ਦਿੱਤੀ ਗਈ ਆ, ਉਸ ਤੋਂ ਅੱਗੇ ਇਸ ਖਾਨੇ ਵਿੱਚ ਆਪਾਂ ਇਹਨਾਂ ਦਾ ਸਥਾਨਕ ਮੁੱਲ ਮਿਲਣਾ ਲਿਖਾਂਗੇ, ਫਿਰ ਕੀ ਹੈ ਅੰਕਿਤ ਮੁੱਲ। ਬੱਚਿਓ ਜਿਸ ਤਰ੍ਹਾਂ ਪਹਿਲਾਂ ਸਾਨੂੰ 562 ਸੰਖਿਆ ਦਿੱਤੀ ਗਈ ਹੈ, 562 ਦੇ ਵਿੱਚ ਜੋ 6 ਨੂੰ ਚੱਕਰ ਲਗਾਇਆ ਅਸੀਂ ਇਹਦਾ ਸਥਾਨਕ ਮੁੱਲ ਦੱਸਣਾ ਆ ਔਰ 6 ਦਾ ਹੀ ਅੰਕਿਤ ਮੁੱਲ ਦੱਸਣਾ ਹੈ। ਬੱਚਿਓ ਸਥਾਨਕ ਮੁੱਲ ਕੀ ਹੁੰਦਾ, ਜੇ ਮੰਨ ਲਓ ਇਹ ਵਾਲਾ 6 ਇਕਾਈ ਦਹਾਈ ਸੈਂਕੜਾ, ਇਹ ਬੱਚਿਓ ਕਿਹੜੇ ਸਥਾਨ ਤੇ ਹੈ, ਇਹ ਹੈਗਾ ਦਹਾਈ ਦੇ ਸਥਾਨ ਤੇ। ਫਿਰ ਅਸੀਂ 6 ਦਾ ਜਿਹੜਾ ਆ ਸਥਾਨਕ ਮੁੱਲ ਕੀ ਲਿਖਾਂਗੇ, ਇਹ ਲਿਖਾਂਗੇ ਅਸੀਂ 60। ਇਸੇ ਤਰ੍ਹਾਂ ਹੁਣ 6 ਇਸ ਸੰਖਿਆ ਵਿੱਚ 627 ਦੇ ਵਿੱਚ ਕਿੱਥੇ ਆ, ਇਕਾਈ ਦਹਾਈ ਸੈਂਕੜਾ। ਬੱਚਿਓ 100 ਵਾਲੇ ਸਥਾਨ ਤੇ ਹੈ, ਫਿਰ ਜਿਹੜਾ 6 ਦਾ ਇੱਥੇ ਸਥਾਨਕ ਮੁੱਲ ਕੀ ਹੋ ਜਾਏਗਾ, ਉਹ 100 ਦੇ ਹਿਸਾਬ ਨਾਲ ਜਾਂ 100 ਦੀ ਪਲੇਸ ਦੇ ਹਿਸਾਬ ਨਾਲ ਅਸੀਂ 600 ਲਿਖਾਂਗੇ। ਬੱਚਿਓ ਹੁਣ ਇਸੇ ਤਰ੍ਹਾਂ ਹੀ ਸਥਾਨਕ ਮੁੱਲ 753 ਵਿੱਚ ਅਸੀਂ ਦੱਸਣਾ 3 ਦਾ, 3 ਜਿਹੜਾ ਬੈਠਾ ਆ ਇਕਾਈ ਵਾਲੇ ਸਥਾਨ ਤੇ, ਫਿਰ ਇਹਨੂੰ ਅਸੀਂ ਇਕੱਲਾ 3 ਹੀ ਲਿਖਾਂਗੇ। ਜੇ ਇਹੀ 3 ਇੱਥੇ ਹੁੰਦਾ ਤਾਂ ਫਿਰ ਦਹਾਈ ਦੇ ਹਿਸਾਬ ਨਾਲ ਅਸੀਂ ਇਹਦੇ ਇੱਕ 0 ਲਾ ਦੇਣੀ ਸੀ। ਜੇ ਇਹੀ 3 7 ਦੀ ਜਗ੍ਹਾ ਹੁੰਦਾ ਫਿਰ ਉਹਦਾ ਇੱਥੇ 300 ਬਣ ਜਾਣਾ ਸੀਗਾ। ਹੁਣ ਬੱਚਿਓ ਇਹ ਜਿਹੜਾ ਆ ਇਹ ਸਾਡਾ 3 ਹੀ ਆਏਗਾ। ਇਸੇ ਤਰ੍ਹਾਂ ਅੰਕਿਤ ਮੁੱਲ, ਬੱਚਿਓ ਅੰਕਿਤ ਮੁੱਲ ਜੋ ਅੰਕ ਹੁੰਦਾ ਆ ਉਹਦਾ ਉਹੀ ਆਏਗਾ। ਇਸ ਤਰ੍ਹਾਂ 6 ਦੇ ਵਿੱਚ 6 ਦਾ ਅੰਕਿਤ ਮੁੱਲ ਇੱਥੇ 6, ਇਹਦਾ ਵੀ 6 ਔਰ ਇੱਥੇ 3 ਆ ਜਾਏਗਾ। ਬੱਚਿਓ ਇਹ ਸੀ ਸੰਖਿਆਵਾਂ ਦਾ ਸਥਾਨਕ ਮੁੱਲ ਅਤੇ ਅੰਕਿਤ ਮੁੱਲ। ਇਸ ਤੋਂ ਬਾਅਦ ਆਪਾਂ ਕਰਾਂਗੇ ਹੁਣ ਨੈਕਸਟ ਸਮ, ਸਵਾਲ ਨੰਬਰ 7। ਬੱਚੋ ਦੇਖਦੇ ਹਾਂ ਸਵਾਲ ਨੰਬਰ 9, ਆਪਣੇ ਨਾਮ ਦਾ ਜੋੜ ਲਗਾਓ। ਬੱਚੋ ਇਹਦੇ ਵਿੱਚ ਕੀ ਆ, ਸਾਨੂੰ A ਤੋਂ ਲੈ ਕੇ Z ਤੱਕ ABC ਲਿਖੀ ਆ ਔਰ ਇਹਨਾਂ ਦਾ ਨੰਬਰਿੰਗ ਕੀਤੀ ਗਈ ਹੈ। A ਨੂੰ 1 ਨੰਬਰ, ਫਿਰ 2 3 4 ਇਸ ਤਰ੍ਹਾਂ Z ਤੇ ਜਾ ਕੇ ਇਹਨੂੰ 26 ਨੰਬਰ ਦਿੱਤਾ ਗਿਆ ਹੈ। ਇਸ ਨੰਬਰਿੰਗ ਦੇ ਹਿਸਾਬ ਦੇ ਨਾਲ ਕੀ ਆ, ਆਪਾਂ ਆਪਣੇ ਨਾਂ ਦਾ ਜੋੜ ਲਗਾਵਾਂਗੇ। ਜਿਸ ਤਰ੍ਹਾਂ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਅਵਨੀਤ। ਅਵਨੀਤ ਬੱਚਿਓ ਇਸ ਹਿਸਾਬ ਦੇ ਨਾਲ ਅਸੀਂ ਲੈਟਰ ਦੇ ਹਿਸਾਬ ਨਾਲ ਇਹਦਾ ਜੋ ਅੰਕ ਆ ਉਹ ਲਿਖ ਲੈਣਾ ਹੈ। ਜਿਸ ਤਰ੍ਹਾਂ A ਦਾ ਅੰਕ ਕੌਣ ਆ 1, A ਦੀ ਜਗ੍ਹਾ ਫਿਰ ਸਾਡਾ ਆ ਗਿਆ ਪਹਿਲਾਂ 1, ਫਿਰ V ਸਾਡਾ ਹੈਗਾ, V ਦਾ ਅੰਕ ਸਾਨੂੰ ਦਿੱਤਾ ਹੋਇਆ Y, ਫਿਰ ਉੱਥੇ 22 ਲਿਖ ਲਿਆ ਵਾ। ਫਿਰ ਉਸ ਤੋਂ ਬਾਅਦ N ਦਾ ਜਿਹੜਾ ਅੰਕ ਹੈ ਉਹ ਹੈ 14, ਉਹ 14 ਲਿਖ ਲਿਆ ਆ। ਫਿਰ E ਦਾ ਬੱਚੋ ਅੰਕ ਜਿਹੜਾ ਦਿੱਤਾ ਉਹ 5 ਆ ਔਰ ਫਿਰ ਅਸੀਂ 5 ਲਿਖ ਲਿਆ ਹੈ। ਉਸ ਤੋਂ ਬਾਅਦ ਫਿਰ E ਹੈ, ਫਿਰ E ਦੀ ਜਗ੍ਹਾ ਕੀ ਆ ਗਿਆ 5 ਆ ਗਿਆ ਔਰ ਫਿਰ T ਦਾ ਜਿਹੜਾ ਅੰਕ ਹੈ ਸਾਡਾ 20 ਹੈ ਉਹ ਆ ਗਿਆ। ਬੱਚੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਜੋੜਾਂਗੇ ਤਾਂ ਉਹ ਕਿੰਨਾ ਆ ਗਿਆ 67। ਇਸੇ ਤਰ੍ਹਾਂ ਬੱਚਿਓ ਤੁਸੀਂ ਕੀ ਕਰਨਾ ਆ, ਆਪਣਾ ਇੱਥੇ ਨਾਮ ਲਿਖ ਕੇ ਉਹਦੇ ਜੋ ਅੰਕ ਆਉਂਦੇ ਆ ਉਹਨਾਂ ਨੂੰ ਜੋੜ ਕੇ ਇੱਥੇ ਉੱਤਰ ਲਿਖ ਲੈਣਾ ਹੈ। ਬੱਚਿਓ ਸਵਾਲ ਨੰਬਰ 10 ਭਾਗੂੜਾ 1 ਤੋਂ 9 ਤੱਕ ਸੰਖਿਆਵਾਂ ਨੂੰ ਇਸ ਤਰ੍ਹਾਂ ਲਿਖੋ ਕਿ ਹਰੇਕ ਪਾਸੇ ਤੋਂ ਜੋੜ 15 ਆਵੇ। ਬੱਚਿਓ ਇਹਨਾਂ ਡੱਬਿਆਂ ਦੇ ਵਿੱਚ ਆਪਾਂ 1 ਤੋਂ ਲੈ ਕੇ 9 ਤੱਕ ਅੰਕ ਲਿਖਣੇ ਆ ਉਲਟ ਪੁਲਟ ਔਰ ਹਰ ਇੱਕ ਪਾਸੇ ਨੂੰ ਜਿਹੜਾ ਜੋੜ ਆ ਉਹ 15 ਆਵੇ ਔਰ ਕੋਈ ਵੀ ਅੰਕ ਜਿਹੜਾ ਆ ਦੁਬਾਰਾ ਨਹੀਂ ਅਸੀਂ ਲਿਖਣਾ। ਆਓ ਵੇਖਦੇ ਹਾਂ। ਬੱਚਿਓ ਸਭ ਨੂੰ ਪਹਿਲਾਂ ਆਪਾਂ ਲਿਖ ਲੈਂਦੇ ਹਾਂ ਇੱਥੇ 8 3 4, ਫਿਰ ਇੱਧਰ ਆ ਰਿਹਾ ਜੀ ਬੱਚੇ 9 2 6 7 1 ਔਰ 5। ਬੱਚੇ ਜਦੋਂ ਹੁਣ ਤੁਸੀਂ ਕਿਸੇ ਵੀ ਪਾਸੇ ਨੂੰ ਇਹਦਾ ਜੋੜ ਕਰੋਗੇ ਤਾਂ ਉਹ ਕੀ ਆਏਗਾ, ਉਹ ਹਮੇਸ਼ਾ 15 ਹੀ ਆਵੇਗਾ। ਹੁਣ ਇਸੇ ਤਰ੍ਹਾਂ ਭਾਗੈੜਾ ਵਿੱਚ ਕੀ ਆ 2 ਤੋਂ 10 ਤੱਕ ਸੰਖਿਆਵਾਂ ਨੂੰ ਇਸ ਤਰ੍ਹਾਂ ਲਿਖੋ ਕਿ ਹਰੇਕ ਪਾਸੇ ਤੋਂ ਜੋੜ 18 ਆਵੇ। ਬੱਚੋ ਜਿਸ ਤਰ੍ਹਾਂ ਇਹ ਸਵਾਲ ਕੀਤਾ ਉਸਦਾ ਹੀ ਇਹ ਹੈ। ਇਹਦੇ ਵਿੱਚ ਸੰਖਿਆਵਾਂ 2 ਤੋਂ 10 ਲੈਣੀਆਂ ਤੇ ਜੋੜ ਜਿਹੜਾ ਹਰ ਇੱਕ ਪਾਸੇ ਨੂੰ ਕਿੰਨਾ ਬਣਨਾ ਚਾਹੀਦਾ 18। ਬੱਚੋ ਆਪਾਂ ਕੀ ਕਰਦੇ 10 5 15 ਤਾਂ 3 18।
ਹੁਣ ਇਸ ਸਾਈਡ ਨੂੰ 3 ਤੇ 8 11 11 ਤੇ 7 18। ਹੁਣ ਬੱਚੇ ਇੱਥੇ 7 ਆ ਗਿਆ, 7 ਤੇ 9 16 ਤੇ 2 18। ਹੁਣ ਇੱਥੇ ਬੱਚੇ 10 ਤੇ 2 12, ਫਿਰ ਇੱਥੇ ਕਿੰਨਾ ਆਏਗਾ 6 18। ਹੁਣ ਇਸੇ ਤਰ੍ਹਾਂ 9 ਤੇ 5 14 ਤੇ 4 18। ਹੁਣ ਬੱਚੇ ਜਦੋਂ ਅਸੀਂ ਕਿਸੇ ਵੀ ਪਾਸੇ ਨੂੰ ਦੇਖਾਂਗੇ ਤਾਂ ਉਹ ਜਿਹੜਾ ਜੋੜ ਆ ਉਹ 18 ਹੀ ਆਵੇਗਾ। ਸੋ ਦੇਖਦੇ ਹਾਂ ਸਵਾਲ ਨੰਬਰ 11 ਭਾਗ 1। ਆਲੂ ਦਾ ਮੁੱਲ ਪਿਆਜ਼ ਦੇ ਮੁੱਲ ਤੋਂ 50 ਰੁਪਏ ਘੱਟ ਹੈ। ਇਹਦਾ ਮਤਲਬ ਪਿਆਜ਼ ਦਾ ਮੁੱਲ ਜਿਹੜਾ ਹੈ ਜ਼ਿਆਦਾ ਹੈ ਆਲੂ ਨਾਲੋਂ। ਲਸਣ ਦਾ ਮੁੱਲ ਪਿਆਜ਼ ਦੇ ਮੁੱਲ ਤੋਂ 40 ਰੁਪਏ ਵੱਧ ਹੈ। ਇਹਦਾ ਮਤਲਬ ਲਸਣ ਜਿਹੜਾ ਆ ਪਿਆਜ਼ ਔਰ ਆਲੂ ਨਾਲੋਂ ਵੀ ਮਹਿੰਗਾ ਹੈ। ਜੇਕਰ ਲਸਣ ਦਾ ਮੁੱਲ 130 ਰੁਪਏ ਹੋਵੇ ਤਾਂ ਆਲੂ ਅਤੇ ਪਿਆਜ਼ ਦਾ ਮੁੱਲ ਕੀ ਹੋਵੇਗਾ। ਬੱਚੇ ਸਭ ਨੂੰ ਪਹਿਲਾਂ ਆਪਾਂ ਕੀ ਦੇਖਾਂਗੇ, ਲਸਣ ਦਾ ਮੁੱਲ ਕਿੰਨਾ ਆ 130 ਰੁਪਏ। ਹੁਣ ਆਪਾਂ ਦੇਖਾਂਗੇ ਪਿਆਜ਼। ਪਿਆਜ਼ ਦਾ ਮੁੱਲ ਉਹ ਕੀ ਕਹਿ ਰਿਹਾ ਸੀ, ਪਿਆਜ਼ ਦਾ ਮੁੱਲ ਹੈਗਾ ਆ ਲਸਣ ਦਾ ਮੁੱਲ ਪਿਆਜ਼ ਦੇ ਮੁੱਲ ਤੋਂ 40 ਰੁਪਏ ਜ਼ਿਆਦਾ ਹੈ। ਮਤਲਬ ਲਸਣ ਦਾ ਜਿਹੜਾ 130 ਰੁਪਏ ਮੁੱਲ ਆ ਪਿਆਜ਼ ਨਾਲੋਂ 140 ਜ਼ਿਆਦਾ ਆ। ਫਿਰ ਅਸੀਂ ਕੀ ਕਰਾਂਗੇ 130 ਮਾਈਨਸ 40, ਉਹ ਸਾਡਾ ਕੀ ਆ ਜਾਊਗਾ ਪਿਆਜ਼ ਦਾ ਮੁੱਲ ਯਾਨੀ ਕਿ 90 ਰੁਪਏ। ਫਿਰ ਆਪਾਂ ਕਰਨਾ ਆ ਆਲੂ ਦਾ ਮੁੱਲ। ਅੱਛਾ ਆਲੂ ਦਾ ਕੀ ਸੀਗਾ, ਆਲੂ ਦਾ ਮੁੱਲ ਪਿਆਜ਼ ਦੇ ਮੁੱਲ ਤੋਂ 50 ਰੁਪਏ ਘੱਟ ਹੈ। ਅੱਛਾ ਆਹ ਜਿਹੜਾ ਮੁੱਲ ਆ 90 ਰੁਪਏ ਇਹ ਕਿਹਦਾ ਆ ਪਿਆਜ਼ ਦਾ, ਤੇ ਆਲੂ ਦਾ ਕਿੰਨਾ ਆ ਇਹਦੇ ਨਾਲੋਂ 90 ਨਾਲੋਂ 50 ਰੁਪਏ ਘੱਟ। ਫਿਰ ਆਪਾਂ ਇੱਥੇ ਕੀ ਕਰ ਦਾਂਗੇ ਘਟਾ ਕੇ ਫਿਰ ਕਿੰਨਾ ਲਿਖਤਾ 40। ਇਹਦਾ ਮਤਲਬ ਆਲੂ ਦਾ ਮੁੱਲ ਫਿਰ ਕਿੰਨਾ ਹੋ ਗਿਆ 40 ਰੁਪਏ। ਅਸੀਂ ਆਲੂ ਤੇ ਪਿਆਜ਼ ਦੇ ਮੁੱਲ ਲੱਭਣੇ ਸੀਗੇ, ਉਹ ਸਾਨੂੰ ਲੱਭ ਗਏ ਹਨ। ਦੇਖਦੇ ਹਾਂ ਭਾਗ ਨੰਬਰ 2। ਬੱਚਿਓ ਇਹਦੇ ਵਿੱਚ ਕੀ ਹੈਗਾ ਆ, ਇੱਕ ਟੈਂਕ ਵਿੱਚ 12 ਕਿਲੋਗ੍ਰਾਮ ਗੈਸ ਭਰੀ ਹੈ। ਦੂਜੇ ਟੈਂਕ ਵਿੱਚ ਪਹਿਲੇ ਟੈਂਕ ਵਿੱਚ ਮੌਜੂਦ ਗੈਸ ਦੀ ਮਾਤਰਾ ਦੇ 3 ਗੁਣਾ ਤੋਂ 5 ਕਿਲੋਗ੍ਰਾਮ ਵੱਧ ਗੈਸ ਭਰੀ ਹੈ। ਬੱਚਿਓ ਆਹ ਚੀਜ਼ ਦੇਖਣਾ, ਪਹਿਲੇ ਟੈਂਕ ਵਿੱਚ ਹੈਗੀ ਹੈ 12 ਕਿਲੋਗ੍ਰਾਮ ਗੈਸ। ਆਓ ਦੇਖਦੇ ਹਾਂ ਪਹਿਲੇ ਟੈਂਕ ਵਿੱਚ ਗੈਸ ਜੋ ਹੈ 12 ਕਿਲੋਗ੍ਰਾਮ, ਆਪਾਂ ਸ਼ਾਰਟ 'ਚ 12 kg ਲਿਖ ਦਿੰਦੇ ਆ। ਦੂਜੇ ਟੈਂਕ ਵਿੱਚ ਕਿੰਨੀ ਆ, ਦੂਜੇ ਟੈਂਕ ਵਿੱਚ ਕਹਿ ਰਿਹਾ ਆ ਇਹਦੇ ਨਾਲੋਂ ਤਿੱਗਣੀ। ਪਹਿਲਾਂ ਅਸੀਂ ਇਹਦੇ ਨਾਲੋਂ 3 ਗੁਣਾ ਕਰਾਂਗੇ ਤੋਂ 5 ਕਿਲੋਗ੍ਰਾਮ ਵੱਧ। ਪਹਿਲਾਂ ਅਸੀਂ ਇਹਦਾ ਤਿੱਗਣਾ ਕਰਾਂਗੇ ਫਿਰ ਇਹਦੇ ਵਿੱਚ 5 ਜੋੜਾਂਗੇ। ਇਹ ਹੋ ਗਈ ਜੀ 12 ਤੇ 36 ਜਮਾ 5। ਬੱਚਿਓ ਇਹ ਬਰਾਬਰ ਆ ਗਈ ਸਾਡੀ 41 ਕਿਲੋਗ੍ਰਾਮ ਗੈਸ। ਬੱਚਿਓ ਅੱਗੇ ਆ ਸਵਾਲ ਨੰਬਰ 12 ਭਾਗੂੜਾ ਬੋਲ ਲਿਖਤ। ਬੱਚਿਓ ਇਹਦੇ ਵਿੱਚ ਬੋਲ ਲਿਖਤਾ ਜਾਂ ਡਿਕਟੇਸ਼ਨ ਤੁਸੀਂ ਆਪਣੇ ਭੈਣ ਭਰਾ ਜਾਂ ਆਪਣੇ ਪੇਰੈਂਟਸ ਦੀ ਮਦਦ ਨਾਲ ਉਹਨਾਂ ਨੂੰ ਕਹਿਣਾ ਵੀ ਸਾਨੂੰ ਇੱਥੇ ਕੋਈ ਵੀ ਅੰਕ ਬੋਲਣ ਅਸੀਂ ਉਹ ਲਿਖਾਂਗੇ। ਉਸ ਤੋਂ ਬਾਅਦ ਭਾਗ ਜਿਹੜਾ ਆ ਪ੍ਰਯੋਗੀ ਜਾਂ ਮੌਖਿਕ। 675 ਲਈ ਤੁਸੀਂ 100 ਦੇ ਕਿੰਨੇ ਨੋਟ ਚੁੱਕੋਗੇ। ਬੱਚਿਓ ਅਸੀਂ 675 ਰੁਪਏ ਪੂਰੇ ਕਰਨੇ ਆ ਵੀ 100 ਦੇ ਕਿੰਨੇ ਨੋਟ ਚੱਕਾਂਗੇ। ਅਸੀਂ 600 ਦੇ ਬੱਚਿਓ 600 ਵਿੱਚੋਂ ਪਹਿਲਾਂ 100 ਦੇ ਜਿਹੜੇ ਆ ਉਹ 6 ਨੋਟ ਚੱਕਾਂਗੇ ਤੇ 75 ਰੁਪਏ ਸਾਡੇ ਜਿਹੜੇ ਉਹ ਬਾਕੀ ਛੋਟੇ ਨੋਟਾਂ ਨਾਲ ਪੂਰੇ ਕੀਤੇ ਜਾਣਗੇ। ਭਾਗ 2 7 ਅਤੇ 8 ਦਾ ਪਹਾੜਾ ਸੁਣਾਓ। ਬੱਚਿਓ ਤੁਸੀਂ ਘਰ ਪ੍ਰੈਕਟਿਸ ਕਰ ਲੈਣੀ ਹੈ। ਤੀਸਰਾ ਹੈ ਫਲੈਸ਼ ਕਾਰਡ 2 7 5 ਨਾਲ ਵੱਡੀ ਤੋਂ ਵੱਡੀ ਸੰਖਿਆ ਬਣਾਓ। ਬੱਚਿਓ ਇਹਨਾਂ ਦੇ ਨਾਲ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ। ਜਦੋਂ ਵੀ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੋਵੇ ਸਭ ਨੂੰ ਪਹਿਲਾਂ ਜਿਹੜਾ ਸਭ ਨੂੰ ਵੱਡਾ ਅੰਕ ਆ ਉਹ ਲਿਖਿਆ ਜਾਂਦਾ ਆ, ਫਿਰ ਉਹਦੇ ਨਾਲੋਂ ਛੋਟਾ ਔਰ ਫਿਰ ਸਭ ਨਾਲੋਂ ਛੋਟਾ। ਬੱਚਿਓ ਫਿਰ ਇਹ ਜਿਹੜੀ ਸਾਡੀ ਸੰਖਿਆ ਬਣ ਕੇ ਤਿਆਰ ਹੋ ਗਈ ਉਹ ਹੈ 752। ਬੱਚਿਓ ਇਹ ਸੀ ਤੁਹਾਡੀ ਅਭਿਆਸ ਸ਼ੀਟ ਨੰਬਰ 9 ਵਿਸ਼ਾ ਗਣਿਤ। ਆਸ ਕਰਦਾ ਕਿ ਤੁਸੀਂ ਇਹਨੂੰ ਆਪਣੀ ਬੁੱਕ ਤੇ ਵੀ ਪੂਰਾ ਕਰੋਗੇ ਤੇ ਨਾਲ ਨਾਲ ਇਸ ਨੂੰ ਸਿੱਖੋਗੇ ਵੀ। ਥੈਂਕ ਯੂ ਬੇਟਾ ਜੀ।